ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜੇ ਹੋਏ ਸਨ। ਦੂਰ ਦੁਰਾਡਿਆਂ ਤੋਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਲਈ ਆ ਰਹੀਆਂ ਸਨ। ਕਰਤਾਰਪੁਰ ਸਾਹਿਬ ਵਿਖੇ ਕਿਸੇ ਪ੍ਰੇਮੀ ਨੇ ਸਾਧੂਆਂ ਬ੍ਰਾਹਮਣਾਂ ਨੂੰ ਭੋਜਨ ਛਕਣ ਵਾਸਤੇ ਨਿਮੰਤਰਣ ਦਿੱਤਾ ਹੋਇਆ ਸੀ, ਜਿਸ ਨੂੰ ਅਸੀਂ ਨਿਉਂਤਾ ਵੀ ਕਹਿੰਦੇ ਹਾਂ। ਜਿਸ ਵੇਲੇ ਸਾਧੂਆਂ ਅਤੇ ਬ੍ਰਾਹਮਣਾਂ ਦੀ ਪੰਗਤ ਲੱਗ ਗਈ, ਉਸ ਵਕਤ ਭੋਜਨ ਛਕਾਉਣ ਵਾਲੇ ਪ੍ਰੇਮੀ ਨੂੰ ਦਾਈ ਨੇ ਆ ਕੇ ਵਧਾਈ ਦਿੱਤੀ ਕਿ ਤੁਹਾਡੇ ਘਰ ਪੁੱਤਰ ਪੈਦਾ ਹੋਇਆ ਹੈ। ਇਹ ਸੁਣ ਕਰਕੇ ਉਸ ਪ੍ਰੇਮੀ ਨੂੰ ਤਾਂ ਖੁਸ਼ੀ ਹੋ ਗਈ, ਪਰੰਤੂ ਸਾਰੇ ਬ੍ਰਾਹਮਣ ਅਤੇ ਸਾਧੂ ਛੂਤ ਛੂਤ ਸੂਤਕ ਸੂਤਕ ਕਹਿ ਕੇ ਉੱਠ ਖੜ੍ਹੇ ਅਤੇ ਕਹਿਣ ਲੱਗੇ ਕਿ ਇਸ ਦੇ ਘਰ ਲੜਕਾ ਪੈਦਾ ਹੋਇਆ ਹੈ, ਇਸ ਘਰ ਸੂਤਕ ਹੋ ਗਿਆ ਹੈ, ਹੁਣ ਇਸ ਦੇ ਘਰ ਦਾ ਅੰਨ ਨਹੀਂ ਖਾਣਾ। ਇਹ ਗੱਲ ਸੁਣ ਕਰਕੇ ਉਹ ਪ੍ਰੇਮੀ ਪੁਰਖ ਨੇ ਬੜਾ ਅਫਸੋਸ ਕੀਤਾ ਕਿ ਮੇਰਾ ਇੰਨਾ ਭੋਜਨ ਤਿਆਰ ਕੀਤਾ ਨਿਸਫਲ ਚਲਿਆ ਜਾਵੇਗਾ। ਇਸ ਨੂੰ ਚਿੰਤਾ ਵਿੱਚ ਡੁੱਬਿਆ ਹੋਇਆ ਦੇਖ ਕਰਕੇ ਕਿਸੇ ਸਿੱਖ ਨੇ ਕਿਹਾ ਕਿ ਤੂੰ ਅਫਸੋਸ ਨਾ ਕਰ, ਇੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਹੋਏ ਹਨ, ਉਹਨਾਂ ਦੇ ਪਾਸ ਜਾ ਕੇ ਬੇਨਤੀ ਕਰ, ਉਹ ਤੇਰੇ ਘਰ ਸਿੱਖਾਂ ਨੂੰ ਭੇਜ ਕੇ ਤੇਰਾ ਤਿਆਰ ਕੀਤਾ ਭੋਜਨ ਸਿੱਖਾਂ ਨੂੰ ਛਕਾ ਕੇ ਸਫਲਾ ਕਰ ਦੇਣਗੇ। ਇੰਨਾ ਸੁਣ ਕਰਕੇ ਪ੍ਰੇਮੀ ਪੁਰਖ ਘਰੋਂ ਚੱਲਿਆ ਅਤੇ ਜਾ ਕੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਮੇਰੇ 'ਤੇ ਕਿਰਪਾ ਦ੍ਰਿਸ਼ਟੀ ਕਰੋ ਅਤੇ ਆਪ ਮੇਰੇ ਘਰ ਵਿੱਚ ਜੋ ਬ੍ਰਾਹਮਣ ਲੋਕ ਸੂਤਕ ਸੂਤਕ ਕਹਿ ਕੇ ਤਿਆਰ ਕਰਿਆ ਭੋਜਨ ਛੱਡ ਗਏ ਹਨ, ਆਪ ਜੀ ਕਿਰਪਾ ਕਰੋ ਸਿੱਖਾਂ ਨੂੰ ਭੇਜ ਕੇ ਭੋਜਨ ਲੇਖੇ ਵਿੱਚ ਲਾਉਣਾ ਕਰੋ। ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਭੋਜਨ ਕਿੰਨਾ ਕੁ ਹੈ? ਤਾਂ ਉਸ ਨੇ ਕਿਹਾ ਕਿ ਸਤਿਗੁਰੂ ਜੀ 200 ਬੰਦਿਆਂ ਦਾ ਭੋਜਨ ਤਿਆਰ ਹੈ। ਸਤਿਗੁਰਾਂ ਨੇ 200 ਦੇ ਕਰੀਬ ਸਿੱਖ ਭੇਜ ਕਰਕੇ ਉਹ ਭੋਜਨ ਲੇਖੇ ਲਾ ਦਿੱਤਾ। ਸਾਰੇ ਸਿੱਖ ਉਸ ਪ੍ਰੇਮੀ ਪੁਰਖ ਦੇ ਘਰੇ ਪ੍ਰਸ਼ਾਦਾ ਛਕ ਕੇ ਸਤਿਗੁਰਾਂ ਦੇ ਦੀਵਾਨ ਵਿੱਚ ਆ ਗਏ। ਜਿਹੜੇ ਬ੍ਰਾਹਮਣ ਅਤੇ ਸਾਧੂ ਸੂਤਕ ਸੂਤਕ ਕਹਿ ਕੇ ਉੱਠ ਗਏ ਸਨ, ਉਹ ਸਤਿਗੁਰਾਂ ਜੀ ਨਾਲ ਚਰਚਾ ਕਰਨ ਵਾਸਤੇ ਆਏ ਅਤੇ ਕਹਿਣ ਲੱਗੇ ਕਿ ਮਹਾਰਾਜ, ਤੁਸੀਂ ਸੂਤਕ ਦਾ ਭੋਜਨ ਸਿੱਖਾਂ ਨੂੰ ਖਵਾ ਦਿੱਤਾ ਹੈ, ਇਹ ਕੀ ਕੀਤਾ ਹੈ? ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਭਾਈ, ਕਿਹੜੀ ਚੀਜ਼ ਦਾ ਨਾਮ ਸੂਤਕ ਹੈ? ਤਾਂ ਬ੍ਰਾਹਮਣ ਅਤੇ ਸਾਧੂ ਕਹਿਣ ਲੱਗੇ ਕਿ ਸੂਤ ਨਾਮ ਪੁੱਤਰ ਦਾ ਹੁੰਦਾ ਹੈ। ਜਿਹੜੀ ਪੁੱਤਰ ਵੇਲੇ ਅਪਵਿੱਤਰਤਾ ਮੰਨੀ ਹੈ, ਉਸ ਨੂੰ ਸੂਤਕ ਕਹਿੰਦੇ ਹਨ। ਇਹ ਸੁਣ ਕੇ ਸਤਿਗੁਰੂ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਹੇ ਭਾਈ, ਜੇ ਜਿਸ ਕਰਕੇ ਬੱਚੇ ਦੀ ਪੈਦਾਇਸ਼ ਵੇਲੇ ਸੂਤਕ ਅਪਵਿੱਤਰਤਾ ਮੰਨ ਲਈਏ, ਤਾਂ ਫਿਰ ਸਾਰੀਆਂ ਥਾਵਾਂ ਉੱਤੇ ਹੀ ਸੂਤਕ ਹੁੰਦਾ ਹੈ। ਭਾਵ ਕਿਰਲੀਆਂ, ਚਿੜੀਆਂ ਆਦਿਕ ਅਨੇਕਾਂ ਜੀਵ ਜੰਤੂ ਬੱਚੇ ਪੈਦਾ ਕਰਦੇ ਆ, ਫਿਰ ਤਾਂ ਸਾਰੇ ਹੀ ਸੂਤਕ ਹੋ ਸਕਦਾ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਹੇ ਭਾਈ, ਗੋਹੇ ਅਤੇ ਲੱਕੜੀ ਵਿੱਚ ਵੀ ਕੀੜਾ ਹੁੰਦਾ ਹੈ। ਉਸ ਕੀੜੇ ਦੇ ਜਲਣੇ ਕਰਕੇ ਸੂਤਕ ਪਾਤਕ ਬਣਿਆ ਹੀ ਰਹਿੰਦਾ ਹੈ। ਭਾਵ ਜੋ ਤੁਸੀਂ ਗੋਹੇ ਤੋਂ ਪੱਥੀਆਂ ਹੋਈਆਂ ਪਾਥੀਆਂ ਬਾਲਦੇ ਹੋ, ਉਹਨਾਂ ਪਾਥੀਆਂ ਵਿੱਚ ਵੀ ਭੂੰਡ ਆਦਿਕ ਜੀਵ ਹੁੰਦੇ ਆ ਅਤੇ ਲੱਕੜੀ ਵਿੱਚ ਘੁਣੇ ਆਦਿਕ ਜੀਵ ਹੁੰਦੇ ਆ। ਫਿਰ ਪਹਿਲੇ ਉਚਾਰਨ ਕੀਤੇ ਸ਼ਬਦ ਦੁਆਰਾ ਉਹਨਾਂ ਨੂੰ ਉਪਦੇਸ਼ ਬਖਸ਼ਿਆ। ਜੇਤੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਇ। ਜਿਤਨੇ ਅੰਨ ਅਨਾਜ ਦੇ ਦਾਣੇ ਕਣ ਦਾਣੇ ਹਨ, ਸਾਰਿਆਂ ਵਿੱਚ ਅੰਕੁਰ ਪੈਦਾ ਹੋਣ ਦੀ ਸ਼ਕਤੀ ਜੀਵ ਪੁਣਾ ਹੀ ਹੈ। ਜੀਵਾਂ ਤੋਂ ਬਾਝ ਬਗੈਰ ਕੋਈ ਵੀ ਚੀਜ਼ ਨਹੀਂ ਹੈ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ। ਪਹਿਲਾਂ ਤਾਂ ਸਾਰਿਆਂ ਦਾ ਪਾਣੀ ਜਲ ਹੀ ਜੀਵਨ ਰੂਪ ਹੈ, ਕਿਉਂਕਿ ਸਾਰਿਆਂ ਦੀ ਪਾਣੀ ਤੋਂ ਹੀ ਪੈਦਾਇਸ਼ ਹੁੰਦੀ ਆ।
ਜਿਸ ਕਰਕੇ ਸਾਰੇ ਕੋਈ ਹਰੇ ਭਰੇ ਹੁੰਦੇ ਆ। ਭਾਵ ਪਾਣੀ ਦੇ ਆਉਣੇ ਕਰਕੇ ਹੀ ਸਾਰੇ ਹਰਿਆਵਲਤਾ ਆਉਂਦੀ ਹੈ। ਹੇ ਬ੍ਰਾਹਮਣੋ, ਦੱਸੋ ਸੂਤਕ ਤੋਂ ਬਗੈਰ ਤੁਸੀਂ ਕਿਵੇਂ ਬਚ ਸਕਦੇ ਹੋ? ਸੂਤਕ ਕਿਉ ਕਰ ਰੱਖੀਐ, ਸੂਤਕ ਪਵੈ ਰਸੋਏ। ਇਹ ਸੂਤਕ ਜਨਮ ਮਰਨ ਸੰਬੰਧੀ ਅਪਵਿੱਤਰਤਾ ਨੂੰ ਕਿਵੇਂ ਰੋਕ ਕਰਕੇ ਰੱਖ ਸਕਦੇ ਹੋ? ਕਿਉਂਕਿ ਅਪਵਿੱਤਰਤਾ ਤਾਂ ਤੁਹਾਡੀ ਰਸੋਏ ਭੋਜਨਸ਼ਾਲਾ ਵਿੱਚ ਹੀ ਪੈ ਗਈ ਹੈ। ਨਾਨਕ ਸੂਤਕ ਏਵ ਨ ਉਤਰੈ, ਗਿਆਨ ਉਤਾਰੇ ਧੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਬ੍ਰਾਹਮਣੋ, ਛੂਤ ਛਾਤ ਕਰਕੇ ਤੁਰ ਜਾਣਾ, ਰੋਟੀ ਨਾ ਖਾਣੀ, ਇਉਂ ਅਪਵਿੱਤਰਤਾ ਨਹੀਂ ਉਤਰਦੀ। ਇਸ ਤਰ੍ਹਾਂ ਭਰਮ ਵਿੱਚ ਪਿਆ ਅਪਵਿੱਤਰਤਾ ਨਹੀਂ ਉਤਰਦੀ। ਜੇ ਜੀਵ ਕੋਲ ਪੂਰੇ ਗੁਰਾਂ ਦਾ ਨਾਮ ਗਿਆਨ ਹੋਵੇ ਤਾਂ ਉਸ ਗਿਆਨ ਰੂਪੀ ਜਲ ਦੇ ਨਾਲ ਅੰਤঃਕਰਨ ਨੂੰ ਧੋ ਕੇ ਸੂਤਕ ਪੁਣੇ ਦੀ ਮੈਲ ਨੂੰ ਉਤਾਰੇ ਕਹੀਏ ਲਾ ਸਕੀਦਾ ਹੈ। ਹੇ ਬ੍ਰਾਹਮਣੋ, ਤੁਸੀਂ ਸਮਝੇ ਨਹੀਂ ਕਿ ਅਸਲ ਵਿੱਚ ਕਿਹੜੀ ਚੀਜ਼ ਸੂਤਕ ਹੈ। ਮਹੱਲਾ ਪਹਿਲਾ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਜੋ ਮਨ ਹਿਰਦੇ ਨੂੰ ਲੋਭ ਲਾਲਚ ਦਾ ਫੁਰਨਾ ਫੁਰਦਾ ਹੈ, ਇਹ ਸੂਤਕ ਪੁਣਾ ਲੱਗਿਆ ਹੋਇਆ, ਜਿਸ ਕਰਕੇ ਮਨ ਦੀ ਅਪਵਿੱਤਰਤਾ ਹੋ ਰਹੀ ਆ। ਇਹ ਮਨ ਹਿਰਦੇ ਦਾ ਸੂਤਕ ਲੋਭ ਲਾਲਚ ਹੈ, ਜੋ ਮਨ ਦੇ ਅੰਦਰ ਪਦਾਰਥਾਂ ਦੇ ਜੋੜਨ ਦਾ ਫੁਰਨਾ ਫੁਰਦਾ ਹੈ। ਜੀਭ ਕਰਕੇ ਝੂਠ ਬੋਲਣ ਰੂਪ ਅਪਵਿੱਤਰਤਾ ਲੱਗੀ ਹੋਈ ਹੈ, ਭਾਵ ਜ਼ੁਬਾਨ 'ਤੇ ਝੂਠ ਹੈ। ਅੱਖੀ ਸੂਤਕ ਵੇਖਣਾ, ਪਰ ਧਨ ਰੂਪ। ਜਿਹੜਾ ਪਰਾਏ ਧਨ ਨੂੰ ਲੈਣ ਲਈ ਤੱਕਣਾ ਤੇ ਪਰ ਪਰਾਈ ਤ੍ਰਿਆ ਇਸਤਰੀ ਦੇ ਰੂਪ ਵੱਲ ਵਿਸ਼ੇ ਦੀ ਭਾਵਨਾ ਕਰਕੇ ਦੇਖਣਾ, ਇਹ ਨੇਤਰਾਂ ਨੂੰ ਸੂਤਕ ਅਪਵਿੱਤਰਤਾ ਦਾ ਰੋਗ ਲੱਗਿਆ ਹੋਇਆ। ਕੰਨੀ ਸੂਤਕ ਕੰਨ ਪੈ ਲਾਏ, ਤਬਾਰੀ ਖਾਹੇ। ਜਦੋਂ ਕੰਨਾਂ ਵਿੱਚ ਕੰਨ ਦੇ ਕੇ ਕਿਸੇ ਦੀ ਲਾਏ ਤਬਾਰੀ ਚੁਗਲੀ ਖਾਣੀ ਭਾਵ ਸੁਣਨੀ ਹੈ, ਇਹ ਕੰਨਾਂ ਨੂੰ ਸੂਤਕ ਪੈ ਰਿਹਾ ਹੈ। ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ। ਸਤਿਗੁਰੂ ਜੀ ਕਥਨ ਕਰਦੇ ਆ ਕਿ ਇਹ ਆਦਮੀ ਪੁਰਖ ਹੰਸਾਂ ਵਰਗਾ ਸੀ। ਜਿਵੇਂ ਹੰਸ ਉੱਜਲ ਮੋਤੀ ਚੁਗ ਕੇ ਖਾਂਦੇ ਹਨ ਤੇ ਉਹਨਾਂ ਦੇ ਖੰਭ ਚਿੱਟੇ ਹੁੰਦੇ ਹਨ, ਇਸੇ ਪ੍ਰਕਾਰ ਇਸ ਜੀਵ ਨੇ ਹੰਸ ਦੀ ਨਿਆਈ ਉੱਜਲ ਸ਼ੁਭ ਗੁਣਾਂ ਦੀ ਚੋਗ ਚੁੱਕ ਕੇ ਖੁਰਾਕ ਖਾਣੀ ਸੀ ਤੇ ਉੱਜਲ ਜੀਵਨ ਵਾਲਾ ਹੋਣਾ ਸੀ। ਪਰੰਤੂ ਜੀਵ ਹੰਗਤਾ ਦੇ ਸਹਿਤ ਹੋਣੇ ਕਰਕੇ ਔਗਣਾਂ ਦੇ ਬੱਧੇ ਬੰਨਿਆਂ ਜੰਮਪੁਰ ਜਮਾਂ ਦੀ ਪੁਰੀ ਵਿੱਚ ਜਾਂਦਾ ਹੈ। ਮਹੱਲਾ ਪਹਿਲਾ। ਸਭੋ ਸੂਤਕ ਭਰਮ ਹੈ, ਦੂਜੈ ਲੱਗੈ ਜਾਏ। ਹੇ ਭਾਈ, ਸਭਨਾਂ ਨੂੰ ਭਰਮ ਰੂਪੀ ਸੂਤਕ ਲੱਗਿਆ ਹੋਇਆ। ਸਾਰਿਆਂ ਨੂੰ ਜੀਵ ਈਸ ਦਾ ਭੇਦ ਰੂਪ ਭਰਮ ਚਿੰਬੜਿਆ ਹੋਇਆ, ਜਿਸ ਕਰਕੇ ਜੀਵ ਦੂਜੇ ਦਵੈਤ ਵਿੱਚ ਜਾ ਕੇ ਲੱਗਦਾ, ਆਪਣੇ ਆਤਮਾ ਆਨੰਦ ਸਰੂਪ ਨੂੰ ਨਹੀਂ ਸਮਝਦਾ। ਦੇਵੀ ਦੇਵਤਿਆਂ ਦੀ ਉਪਾਸਨਾ ਜਾਂ ਦੂਸਰੀਆਂ ਵਸਤੂਆਂ ਨੂੰ ਸੁੱਖ ਰੂਪ ਜਾਣ ਕੇ ਦਵੈਤ ਵਿੱਚ ਜਾ ਕੇ ਲੱਗਦਾ ਹੈ। ਜੰਮਣ ਮਰਣਾ ਹੁਕਮ ਹੈ, ਭਾਣੈ ਆਵੈ ਜਾਏ। ਹੇ ਭਾਈ, ਜੀਵ ਜਨਮ ਵਾਹਿਗੁਰੂ ਦੀ ਹੁਕਮ ਆਗਿਆ ਵਿੱਚ ਲੈਂਦਾ ਤੇ ਪਰਮੇਸ਼ਰ ਦੀ ਆਗਿਆ ਵਿੱਚ ਹੀ ਮਰਨਾ ਹੁੰਦਾ, ਮਰ ਕੇ ਚਲਿਆ ਜਾਂਦਾ। ਤੇ ਜਦੋਂ ਜੀਵ ਜਗਤ ਵਿੱਚ ਆਵੇ ਉਦੋਂ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਪਰਮੇਸ਼ਰ ਨੇ ਦਾਤ ਦਿੱਤੀ ਹੈ। ਜਦੋਂ ਸਵਾਸ ਪੂਰੇ ਹੋਇਆਂ ਤੋਂ ਚਲਿਆ ਜਾਵੇ ਉਦੋਂ ਭਾਣਾ ਮੰਨਣਾ ਚਾਹੀਦਾ ਕਿ ਵਾਹਿਗੁਰੂ ਆਪਣੀ ਵਸਤੂ ਨੂੰ ਲੈ ਗਿਆ ਹੈ। ਖਾਣਾ ਪੀਣਾ ਪਵਿੱਤਰ ਹੈ, ਦਿਤੋਨ ਰਿਜਕ ਸੰਭਾਹੇ। ਜੋ ਪਰਮੇਸ਼ਰ ਨੇ ਅਨਾਜ ਆਦਿ ਖਾਣ ਲਈ ਤੇ ਜਲ ਆਦਿਕ ਪੀਣ ਵਾਲੀਆਂ ਵਸਤੂਆਂ ਦਿੱਤੀਆਂ ਹਨ, ਇਹ ਸਾਰੀਆਂ ਪਵਿੱਤਰ ਹਨ ਤੇ ਸਾਰਿਆਂ ਨੂੰ ਜਿੱਥੇ ਜਿੱਥੇ ਕੋਈ ਵਸਦਾ ਹੈ ਉੱਥੇ ਉੱਥੇ ਰਿਜਕ ਰੋਜੀ ਸੰਭਾਹੇ ਪਹੁੰਚਾ ਦਿੰਦਾ ਹੈ। ਨਾਨਕ ਜਿਨੀ ਗੁਰਮੁਖ ਬੁੱਝਿਆ, ਤਿਨਾ ਸੂਤਕ ਨਾਹੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਇਹ ਬੁੱਝਿਆ ਸਮਝ ਲਿਆ ਹੈ ਕਿ ਪਰਮੇਸ਼ਰ ਦਾ ਦਿੱਤਾ ਖਾਣਾ ਪੀਣਾ ਪਵਿੱਤਰ ਹੈ, ਉਹਨਾਂ ਨੂੰ ਇਹ ਸੂਤਕ ਨਹੀਂ ਚਿੰਬੜਦਾ, ਕਿਉਂਕਿ ਗੁਰਮੁਖ ਜਨ ਪੂਰੇ ਗੁਰਾਂ ਦੀ ਸੰਗਤ ਦੁਆਰਾ ਸੂਤਕ ਪਾਤਕ ਤੋਂ ਛੁੱਟੇ ਹੋਏ ਆ। ਪੌੜੀ।
ਸਤਿਗੁਰ ਵੱਡਾ ਕਰ ਸਾਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਹੇ ਭਾਈ, ਵਾਹਿਗੁਰੂ ਸਰੂਪ ਵੱਡਾ ਸ਼੍ਰੋਮਣੀ ਸਤਿਗੁਰ ਸੱਚੇ ਗੁਰਾਂ ਦੀ ਸਾਲਾਹੀਐ ਸਿਫਤ ਕਰਨੀ ਚਾਹੀਦੀ ਹੈ, ਜਿਸ ਵਿੱਚ ਭਾਉ ਭਗਤੀ, ਬ੍ਰਹਮ ਵਿਦਿਆ, ਮੁਕਤੀ ਦੀ ਤੇ ਪਰਮੇਸ਼ਰ ਦੇ ਨਾਮ ਨਾਲ ਜੋੜਨ ਰੂਪ ਵੱਡੀਆਂ ਉੱਤਮ ਵਡਿਆਈਆਂ ਹਨ। ਸਹਿ ਮੇਲੇ ਤਾ ਨਦਰੀ ਆਈਆ। ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਸੁਆਮੀ ਸਹਿਨਾਮ ਸੁਆਮੀ ਮਾਲਕ ਪਰਮੇਸ਼ਰ ਨਾਲ ਮਿਲਾਪ ਕਰਾ ਦੇਣ, ਤਦ ਗੁਰਾਂ ਦੀ ਵੱਡੀ ਵਡਿਆਈ ਦ੍ਰਿਸ਼ਟੀ ਵਿੱਚ ਆਉਂਦੀ ਹੈ। ਜੇ ਸਹਿ ਪਤੀ ਅਕਾਲ ਪੁਰਖ ਗੁਰਾਂ ਨਾਲ ਮੇਲੇ ਤਾਂ ਗੁਰਾਂ ਦੀਆਂ ਵਡਿਆਈਆਂ ਦ੍ਰਿਸ਼ਟੀ ਆਉਂਦੀਆਂ ਹਨ। ਜਾ ਤਿਸ ਭਾਣਾ ਤਾ ਮਨ ਵਸਾਈਆ। ਜਦੋਂ ਉਸ ਵਾਹਿਗੁਰੂ ਨੂੰ ਪਾਇਆ ਤਾਂ ਗੁਰਾਂ ਦੀਆਂ ਵਡਿਆਈਆਂ ਸਿੱਖ ਜਗਿਆਸੂ ਦੇ ਮਨ ਹਿਰਦੇ ਵਿੱਚ ਵਾਹਿਗੁਰੂ ਨੇ ਕਿਰਪਾਲੂ ਹੋ ਕੇ ਵਸਾ ਦਿੱਤੀਆਂ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਫਿਰ ਸਤਿਗੁਰੂ ਜੀ ਨੇ ਨਿਸ਼ਚੇ ਵਾਲਾ ਸਿੱਖ ਜਗਿਆਸੂ ਜਾਣ ਕਰਕੇ ਹੁਕਮ ਰੂਪੀ ਹੱਥ ਪ੍ਰਤੱਖ ਅੰਤਹਿਕਰਨ ਰੂਪੀ ਮੱਥੇ 'ਤੇ ਰੱਖ ਕੇ ਹਿਰਦੇ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਆਦਿਕ ਬੁਰਾਈਆਂ, ਭੈੜੀਆਂ ਆਦਤਾਂ ਸਮਦਮ ਸਾਧਨਾ ਨਾਲ ਮਾਰ ਕੇ ਕੱਢ ਦਿੱਤੀਆਂ ਹਨ। ਸਹਿ ਤੁਠੈ ਨਉ ਨਿਧ ਪਾਈਆ। ਇਸ ਪ੍ਰਕਾਰ ਸਹਿ ਸੁਆਮੀ ਪਰਮੇਸ਼ਰ ਦਾ ਰੂਪ ਗੁਰਾਂ ਦੇ ਤੁਠੈ ਪ੍ਰਸੰਨ ਹੋਣ ਕਰਕੇ ਨੌ ਕਹੀਏ 9 ਨਿਧੀਆਂ ਪਾ ਲਈਆਂ। ਨਵਦਾ ਭਗਤੀ ਰੂਪ 9 ਗੋਲਕਾਂ ਦੀ ਨਿਧੀ ਭਾਵ ਆਧਾਰ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੀਆਂ ਭੂਮਿਕਾਵਾਂ ਪਾ ਲਈਆਂ। ਸਲੋਕ ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਨਪੁਰ ਦੇ ਬਾਹਰ ਵਾਰ ਬੈਠੇ ਸਨ। ਉੱਥੇ ਇੱਕ ਭੈੜੀ ਜਗ੍ਹਾ ਵਿਖੇ ਲੋਕ ਥੁੱਕ ਥੁੱਕ ਕੇ ਅੱਗੇ ਲੰਘ ਜਾਂਦੇ ਸਨ। ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਸਤਿਗੁਰੂ ਜੀ, ਇਹ ਕਿਸ ਨੂੰ ਥੁੱਕ ਕੇ ਜਾਂਦੇ ਆ? ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਜੋ ਮੰਦ ਪੁਰਸ਼ ਨਾਮ ਨਹੀਂ ਜਪਦੇ ਉਹਨਾਂ ਦੇ ਮੂੰਹ ਵਿੱਚ ਥੁੱਕਾਂ ਪਾਉਂਦੇ ਆ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ, ਇੱਥੇ ਤਾਂ ਕੋਈ ਦਿਸਦਾ ਨਹੀਂ। ਤਾਂ ਸਤਿਗੁਰੂ ਜੀ ਨੇ ਉਸ ਵੇਲੇ ਸ਼ਲੋਕ ਉਚਾਰਨ ਕੀਤਾ। ਪਹਿਲਾ ਸੁੱਚਾ ਆਪ ਹੋਏ, ਸੁੱਚੈ ਬੈਠਾ ਆਏ। ਹੇ ਭਾਈ, ਪਹਿਲਾ ਪ੍ਰਥਮ ਭੋਜਨ ਪਾਉਣ ਵਾਲਾ ਬ੍ਰਾਹਮਣ ਆਪ ਇਸ਼ਨਾਨ ਕਰਕੇ ਸੁੱਚਾ ਪਵਿੱਤਰ ਹੁੰਦਾ, ਫਿਰ ਪੋਚਾ ਦੇ ਕੇ ਬਣਾਏ ਪਵਿੱਤਰ ਚੌਕੇ 'ਤੇ ਆ ਕੇ ਬੈਠ ਜਾਂਦਾ। ਸੁੱਚੇ ਅੱਗੇ ਰੱਖੇ ਓਨ, ਕੋਇ ਨ ਭਿਟਿਓ ਜਾਏ। ਰਸੋਈਏ ਨੇ ਭੋਜਨ ਛਕਣ ਵਾਲੇ ਬ੍ਰਾਹਮਣ ਦੇ ਅੱਗੇ ਸਾਹਮਣੇ ਸੁੱਚੇ ਪਵਿੱਤਰ ਬਰਤਨ ਲਿਆ ਕੇ ਰੱਖ ਦਿੱਤੇ। ਫਿਰ ਸੁੱਚੇ ਬਣਾ ਕੇ ਕਾਰ ਆਦਿਕ ਕੱਢ ਦਿੱਤੀ, ਲਕੀਰ ਕੱਢ ਦਿੱਤੀ ਕਿ ਉਸ ਨੂੰ ਕੋਈ ਵੀ ਭਿੱਟ ਨਾ ਸਕੇ, ਛੂਹ ਨਾ ਜਾਵੇ। ਸੁੱਚਾ ਹੋਏ ਕਹਿ ਜੀਵਿਆ, ਲੱਗਾ ਪੜ੍ਹਨ ਸਲੋਕ। ਫਿਰ ਛਕਣ ਵਾਲੇ ਬ੍ਰਾਹਮਣ ਨੇ ਇਸ਼ਨਾਨ ਪਾਨ ਭਾਵ ਸੁੱਚਾ ਪਵਿੱਤਰ ਹੋ ਕਰਕੇ ਜੀਵਿਆ ਭੋਜਨ ਨੂੰ ਛਕਣਾ ਕੀਤਾ ਤੇ ਖਾ ਕਰਕੇ ਫਿਰ ਸਲੋਕ ਪੜ੍ਹਨ ਲੱਗਾ। ਕੋਥੀ ਜਾਈ ਸੱਟਿਆ, ਕਿਸ ਇਹੋ ਲੱਗਾ ਦੋਖ। ਇਤਨੀ ਸੁਚਮਤਾ ਨਾਲ ਬ੍ਰਾਹਮਣ ਨੇ ਭੋਜਨ ਛਕ ਕੇ ਅਖੀਰ ਨੂੰ ਕੋਥੀ ਗੰਦਗੀ ਜਾਈ ਜਗ੍ਹਾ ਵਿੱਚ ਮੈਲ ਬਣਾ ਕੇ ਸੁੱਟ ਦਿੱਤਾ। ਹੁਣ ਇਹ ਦੱਸੋ ਕਿ ਅੰਨ ਦਾ ਇਹ ਦੋਸ਼ ਕਿਸ ਨੂੰ ਲੱਗਾ? ਭਾਵ ਜਿਸਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਸ ਦੇ ਤਾਂ ਹੀ ਇਹ ਦੋਸ਼ ਲੱਗਾ ਹੈ ਤੇ ਉਸ ਦੇ ਮੂੰਹ ਵਿੱਚ ਲਾਹਨਤਾਂ ਰੂਪੀ ਥੁੱਕਾਂ ਪੈਂਦੀਆਂ ਹਨ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾ ਪਾਇਆ ਕਿਰਦ। ਪਹਿਲਾਂ ਅਨਾਜ ਦੇਵਤਾ ਹੈ, ਪਾਣੀ ਜਲ ਵੀ ਦੇਵਤਾ ਹੈ ਕਿਉਂਕਿ ਸਾਰਿਆਂ ਦੀ ਤ੍ਰੇਹ ਮੇਟਣ ਵਾਲਾ ਹੈ। ਬੈਸੰਤਰ ਅਗਨੀ ਵੀ ਦੇਵਤਾ ਹੈ, ਲੂਣ ਆਦਿਕ ਵੀ ਉੱਤਮ ਹੈ। ਅੰਨ ਨੂੰ ਖਾਣ ਕਰਕੇ ਦੇਹ ਚੱਲਦੀ ਹੈ। ਅੰਨਮੈ ਕੋਸ਼ ਦਾ ਆਸਰਾ ਹੈ, ਭਾਵ ਪ੍ਰਾਣਾਂ ਦੇ ਦੇਣ ਵਾਲਾ ਹੈ। ਇਉਂ ਅੰਨ ਦੇਵਤਾ ਪਵਿੱਤਰ ਹੈ। ਪਾਣੀ ਕਰਕੇ ਸਰੀਰ ਵਿੱਚ ਖੂਨ ਚੱਲਦਾ ਹੈ, ਭਾਵ ਖੂਨ ਨੂੰ ਵਧਾਉਣ ਵਾਲਾ ਪਾਣੀ ਹੈ। ਇਉਂ ਪਾਣੀ ਦੇਵਤਾ ਵੀ ਪਵਿੱਤਰ ਆ। ਬੈਸੰਤਰ ਜਠਰਾ ਅਗਨੀ ਖਾਧੇ ਪੀਤੇ ਨੂੰ ਭਸਮ ਕਰਦੀ ਆ, ਪਚਾਉਂਦੀ ਆ ਤੇ ਲੂਣ ਹਾਜਮਾ ਠੀਕ ਰੱਖਣ ਵਾਲਾ ਹੈ। ਜਦੋਂ ਇਸ ਦੇ ਵਿੱਚ ਪੰਜਵਾਂ ਘਿਰਤ ਘਿਓ ਪਾ ਦਿੱਤਾ ਸੀ ਤਾ ਹੋਆ ਪਾਕ ਪਵਿੱਤ। ਤਦ ਪਾਕ ਭੋਜਨ ਪਵਿੱਤਰ ਹੋ ਗਿਆ ਸੀ। ਪਾਪੀ ਸਿਉ ਤਨ ਗੱਡਿਆ, ਥੁੱਕਾ ਪਈਆ ਤਿੱਤ। ਹੇ ਮਰਦਾਨਿਆ, ਪਾਪੀ ਔਗਣਾਂ ਦੇ ਕਰਨ ਵਾਲੇ ਜੀਵ ਦੇ ਤਨ ਸਰੀਰ ਨਾਲ
ਪਵਿੱਤਰ ਚੀਜ਼ਾਂ ਦੇ ਗੱਡਿਆ ਮਿਲਣੇ ਕਰਕੇ ਵਿਸ਼ਟਾ ਬਣ ਕੇ ਤਿਤ ਉਸ ਬੇਮੁਖ ਉੱਤੇ ਲੋਕਾਂ ਦੀਆਂ ਤੁਕਾਂ ਪੈਂਦੀਆਂ। ਇਹਨਾਂ ਪੰਜਾਂ ਦੀ ਸੱਤਾ ਰੂਪ ਸਿੱਧ ਭੋਜਨ ਜਦੋਂ ਗੁਨਾਹਾਂ ਵਾਲੇ ਤਨ ਸਰੀਰ ਨਾਲ ਮਿਲਿਆ ਤਦੋਂ ਉਸ ਉੱਪਰ ਲੋਕਾਂ ਦੀਆਂ ਥੁੱਕਾਂ ਪਈਆਂ। ਭਾਵ ਭੋਜਨ ਮਲ ਰੂਪ ਦੇਖ ਕੇ ਲੋਕ ਨਫ਼ਰਤ ਕਰਕੇ ਥੁੱਕ ਦਿੰਦੇ ਆ। ਜਿਤ ਮੁਖ ਨਾਮ ਨ ਊਚਰਹਿ ਬਿਨ ਨਾਵੈ ਰਸ ਖਾਹੇ। ਹੇ ਭਾਈ ਮਰਦਾਨਾ ਜੀ, ਜਿਸ ਬੇਮੁਖ ਦਾ ਮੂੰਹ ਪਰਮੇਸ਼ਰ ਦਾ ਨਾਮ ਨਹੀਂ ਉਚਰਦਾ, ਭਾਵ ਨਹੀਂ ਉਚਾਰਦਾ, ਨਹੀਂ ਜਪਦਾ, ਨਾਮ ਜਪੇ ਤੋਂ ਬਗੈਰ ਰਸਾਂ ਕਸਾਂ ਦੇ ਖਾਣ ਵਿੱਚ ਹੀ ਲੱਗਿਆ ਰਹਿੰਦਾ, ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾ ਪਾਹੇ। ਸਤਿਗੁਰੂ ਜੀ ਕਥਨ ਕਰਦੇ, ਹੈ ਭਾਈ ਮਰਦਾਨਾ ਜੀ, ਇਸ ਪ੍ਰਕਾਰ ਜਾਣਨਾ ਕਰੀਏ ਕਿ ਇਹ ਬਿਸ਼ਟਾ ਤੇ ਥੁੱਕਾਂ ਨਹੀਂ ਪੈਂਦੀਆਂ। ਇਹ ਤਾਂ ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਅੰਨ ਨੂੰ ਖਾ ਕੇ ਐਵੇਂ ਗਵਾਉਂਦਾ ਹੈ, ਇਹ ਤਾਂ ਉਸ ਦੇ ਮੂੰਹ 'ਤੇ ਲਾਹਨਤਾਂ ਦੀਆਂ ਥੁੱਕਾਂ ਪੈ ਰਹੀਆਂ। ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸ ਇੱਕ ਗ੍ਰਸਤੀ ਸਿੱਖ ਆਪਣੇ ਬੱਚਿਆਂ, ਪੁੱਤਰ, ਲੜਕੀ ਤੇ ਘਰਵਾਲੀ ਸਮੇਤ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਇਆ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਿਆ। ਇੰਨੇ ਨੂੰ ਇੱਕ ਵੈਸ਼ਨੂੰ ਪੁਰਖ ਪਖੰਡ ਸਹਿਤ ਵਿਰਕਤਾ ਵਾਲੇ ਭੇਖ ਵਿੱਚ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਕਿ ਮਹਾਰਾਜ, ਆਪ ਤਾਂ ਜਗਤ ਗੁਰੂ ਹੋ, ਇਹਨਾਂ ਭੰਡਾਂ ਨੂੰ ਕੋਲ ਕਿਉਂ ਬਿਠਾਇਆ ਹੈ? ਜਦੋਂ ਇਸ ਤਰ੍ਹਾਂ ਦੇ ਬਚਨ ਬੋਲਣ ਲੱਗਾ ਤਾਂ ਸਤਿਗੁਰੂ ਜੀ ਨੇ ਇਸਤਰੀ ਜਾਤ ਦੀ ਭੰਡੀ ਕਰਦੇ ਨੂੰ ਵੇਖ ਕੇ ਉਸ ਦਾ ਖੰਡਨ ਕਰਦੇ ਹੋਏ ਵੈਸ਼ਨੂੰ ਨੂੰ ਸਿੱਖਿਆ ਦਿੰਦਿਆਂ ਸ਼ਲੋਕ ਉਚਾਰਨ ਕੀਤਾ। ਮਹੱਲਾ ਪਹਿਲਾ। ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ। ਹੇ ਭਾਈ, ਇਸਤਰੀ ਤੋਂ ਹੀ ਜੰਮੀਐ ਭਾਵ ਜੰਮੀ ਦਾ, ਭੰਡ ਇਸਤਰੀ ਨੂੰ ਕਿਹਾ ਭਾਵ ਪੈਦਾ ਹੋਈ ਦਾ, ਭੰਡ ਇਸਤਰੀ ਦੇ ਨਿੰਮੀਆਂ ਗਰਭ ਵਿੱਚ ਹੀ ਸਥਿਤ ਹੋਈ ਦਾ, ਅਤੇ ਭੰਡ ਇਸਤਰੀ ਨਾਲ ਹੀ ਮੰਗਣ ਮੰਗਣੀ ਇਸਤਰੀ ਰਾਹੀਂ ਕੁੜਮਾਈ ਤੇ ਵਿਆਹ ਹੁੰਦਾ। ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ। ਭੰਡੋ ਕਹੀਏ ਇਸਤਰੀ ਦੇ ਸੰਬੰਧ ਕਰਕੇ ਹੀ ਸਾਕ ਸੰਬੰਧੀਆਂ ਨਾਲ ਦੋਸਤੀ, ਮਿੱਤਰਤਾ ਭਾਵ ਪ੍ਰੀਤੀ ਹੁੰਦੀ ਆ, ਅਤੇ ਭੰਡੋ ਇਸਤਰੀ ਕਰਕੇ ਹੀ ਦੁਨੀਆ ਦੇ ਪੈਦਾ ਹੋਣ ਦਾ ਰਸਤਾ ਚੱਲਦਾ। ਇਸਤਰੀ ਤੋਂ ਹੀ ਅਨੁਰਾਗ ਪੈਦਾ ਹੁੰਦਾ, ਇਸਤਰੀ ਤੋਂ ਹੀ ਸੰਸਾਰ ਦੀ ਸੱਭਿਅਤਾ ਦਾ ਰਸਤਾ ਚੱਲਦਾ। ਭੰਡ ਮੋਆ ਭੰਡ ਭਾਲੀਐ ਭੰਡ ਹੋਵੈ ਬੰਧਾਨ। ਹੇ ਭਾਈ, ਜਿਸ ਵੇਲੇ ਪਹਿਲੀ ਵਿਆਹੀ ਭੰਡ ਇਸਤਰੀ ਮੋਆ ਮਰ ਜਾਵੇ ਤਾਂ ਫਿਰ ਵਿਆਹ ਕਰਾਉਣ ਵਾਸਤੇ ਹੋਰ ਭੰਡ ਇਸਤਰੀ ਭਾਲੀ ਦੀ ਖੋਜੀ ਦੀ ਆ, ਕਿਉਂਕਿ ਤੁਹਾਡੇ ਮਤ ਵਿੱਚ ਇਹ ਬੰਧਾਨ ਮਰਿਆਦਾ ਹੈ ਕਿ ਰੰਡਾ ਬ੍ਰਾਹਮਣ ਜੱਗ ਜਾਂ ਸ਼ਰਾਧ ਨਹੀਂ ਕਰਾ ਸਕਦਾ। ਜੱਗ ਆਦਿਕਾਂ ਦੇ ਬੰਧਾਨ ਨਿਯਮ ਭੰਡ ਇਸਤਰੀ ਕਰਕੇ ਹੀ ਹੁੰਦੇ ਆ। ਜਿਤਨੇ ਜੱਗ ਆਦਿਕ ਨਿਯਮ ਚੱਲਦੇ ਹਨ, ਅਰਥਾਤ ਜਿਸ ਵੇਲੇ ਸ੍ਰੀ ਰਾਮਚੰਦਰ ਜੀ ਨੇ ਜੱਗ ਆਰੰਭਿਆ ਸੀ, ਉਸ ਵੇਲੇ ਸੀਤਾ ਦਾ ਪਾਸ ਨਾ ਹੋਣਾ ਵੇਖ ਕੇ ਸੋਨੇ ਦੀ ਸੀਤਾ ਬਣਾ ਕੇ ਪਾਸ ਬਿਰਾਜਮਾਨ ਕੀਤੀ, ਤਾਂ ਕਿ ਆਰੰਭਿਆ ਹੋਇਆ ਜੱਗ ਸਫਲਤਾ ਨਾਲ ਸੰਪੂਰਨ ਹੋਵੇ। ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਹੇ ਭਾਈ, ਤੁਸੀਂ ਉਸ ਇਸਤਰੀ ਨੂੰ ਮੰਦਾ ਬੁਰਾ ਕਿਉਂ ਕਹਿੰਦੇ ਹੋ, ਜਿਸ ਤੋਂ ਰਾਜਾਨ ਰਾਜੇ, ਮਹਾਰਾਜੇ, ਪ੍ਰਤਾਪ ਵਾਲੇ ਸੂਰਬੀਰ, ਰਿਸ਼ੀ ਮੁਨੀ, ਸੰਤ ਭਗਤ, ਅਵਤਾਰ ਆਦਿ ਜੰਮਦੇ ਪੈਦਾ ਹੁੰਦੇ ਆਏ ਆ। ਭੰਡੋ ਹੀ ਭੰਡ ਊਪਜੈ ਭੰਡੈ ਬਾਜ ਨ ਕੋਇ। ਫਿਰ ਭੰਡੋ ਇਸਤਰੀ ਤੋਂ ਹੀ ਇਤਨੇ ਗੁਣਾਂ ਵਾਲੀ ਭੰਡ ਇਸਤਰੀ ਉਪਜੈ ਪੈਦਾ ਹੁੰਦੀ ਆ। ਇਸ ਕਰਕੇ ਇਸਤਰੀ ਤੋਂ ਬਾਜ ਬਗੈਰ ਸੰਸਾਰ ਵਿੱਚ ਕੋਈ ਵੀ ਜੀਵ ਪੈਦਾ ਨਹੀਂ ਹੁੰਦਾ। ਇਹ ਪਰਮੇਸ਼ਰ ਦੀ ਮਰਿਆਦਾ ਹੈ ਕਿ ਇਸਤਰੀ ਦੇ ਰਾਹੀਂ ਹੀ ਪੈਦਾਇਸ਼ ਹੁੰਦੀ ਆ। ਸਰਗੁਣ ਸਰੂਪ ਵੀ ਮਾਇਆ ਸ਼ਕਤੀ ਨੂੰ ਨਾਲ ਰੱਖਦਾ। ਮਹਾ ਮਾਇਆ ਤਾਕੀ ਹੈ ਛਾਇਆ, ਭਾਵ ਵਿਸ਼ਨੂੰ ਲక్ష్ਮੀ ਨੂੰ, ਸ਼ਿਵਜੀ ਪਾਰਬਤੀ ਨੂੰ, ਬ੍ਰਹਮਾ ਸੁਰਸਤੀ ਨੂੰ ਇਤਿਆਦ ਸਾਰੇ ਨਾਲ ਇਸਤਰੀਆਂ ਰੱਖਦੇ ਆ। ਇਸ ਪ੍ਰਕਾਰ ਇਸਤਰੀ ਤੋਂ ਬਗੈਰ ਤਾਂ ਕੋਈ ਵੀ ਨਹੀਂ, ਜਿਵੇਂ ਰਾਮ ਜੀ ਸੀਤਾ ਤੋਂ ਬਗੈਰ ਰਹਿ ਨਹੀਂ ਸਕੇ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਸਤਿਗੁਰੂ ਜੀ ਕਥਨ ਕਰਦੇ ਆ ਕਿ ਭੰਡੈ ਇਸਤਰੀ ਤੋਂ ਬਾਹਰਾ ਬਗੈਰ ਇੱਕ ਸੋਏ ਉਹ ਸੱਚਾ ਨਿਰਾਕਾਰ ਪਰਮੇਸ਼ਰ ਹੀ ਹੈ। ਜਿਤ ਮੁਖ ਨਾਮ ਨ ਜਿਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰ। ਉਹ ਇਸਤਰੀ ਤੇ ਪੁਰਖ ਦੇ ਮੁਖ ਚੰਗੇ ਹਨ, ਜਿਸ ਮੁਖ ਨਾਲ ਹਮੇਸ਼ਾ ਪਰਮੇਸ਼ਰ ਦੀ ਸਾਲਾਹੀ ਹੈ। ਸਿਫਤ ਕਰੀਏ, ਭਾਵ ਇਸਤਰੀ ਭਾਵੇਂ ਪੁਰਖ ਹੋਵੇ ਚੰਗੇ ਹਨ,
ਉਹ ਕਿਉਂਕਿ ਉਸ ਦੇ ਮੱਥੇ ਦੇ ਰੱਤੀ ਸ਼੍ਰੋਮਣੀ ਚਾਰ ਸੁੰਦਰ ਭਾਗ ਲੇਖ ਹਨ। ਨਾਨਕ ਤੇ ਮੁਖ ਊਜਲੇ ਤਿਤ ਸੱਚੈ ਦਰਬਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਿਤ ਉਸ ਸੱਚੈ ਸਚਿਆਰ ਪਰਮੇਸ਼ਰ ਦੇ ਦਰਬਾਰ ਵਿੱਚ ਲੋਕ ਪ੍ਰਲੋਕ ਵਿੱਚ ਉਸ ਇਸਤਰੀ ਦੇ ਪੁਰਖ ਦੇ ਮੁਖ ਮੁਖੜੇ ਉਜਲੇ ਪਵਿੱਤਰ ਹਨ। ਉਸ ਇਸਤਰੀ ਤੇ ਪੁਰਖ ਦੇ ਲੋਕ ਪ੍ਰਲੋਕ ਵਿੱਚ ਮੁਖੜੇ ਉਜਲੇ ਨਿਰਮਲੇ ਹਨ, ਜਿਸ ਦੇ ਤਿਤ ਕੀ ਉਹ ਸੱਚੇ ਦਰਬਾਰ ਪਰਮੇਸ਼ਰ ਦੇ ਵਿੱਚ ਜੀਵਨ ਚੰਗੇ ਹਨ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ। ਸਾਰੇ ਕੋਈ ਪਰਮੇਸ਼ਰ ਨੂੰ ਆਪ ਦਾ ਆਖਦਾ ਹੈ, ਜਿਸ ਦਾ ਪਰਮੇਸ਼ਰ ਨਹੀਂ ਹੈ ਉਸ ਨੂੰ ਸ੍ਰਿਸ਼ਟੀ ਚੋਂ ਚੁਣ ਛਾਂਟ ਕੇ ਵੱਖਰਾ ਕੱਢੋ ਤਾਂ ਕੌਣ ਹੈ? ਭਾਵ ਕੋਈ ਨਹੀਂ। ਸਾਰੇ ਕੋਈ ਕਹਿੰਦੇ ਆ ਕਿ ਅਸੀਂ ਆਪਣੇ ਕਰਮ ਦਾ ਫਲ ਭੋਗਦੇ ਹਾਂ। ਜੋ ਨਾਸਤਿਕ ਕਹਿੰਦੇ ਆ ਕਿ ਰੱਬ ਨਹੀਂ ਹੈ, ਭਾਵ ਮੈਂ ਕਰਮਾਂ ਦਾ ਫਲ ਨਹੀਂ ਭੋਗਦਾ, ਉਸ ਨੂੰ ਚੁਣ ਕੇ ਵੱਖਰਾ ਕੱਢੋ। ਉਹਨਾਂ ਦੇ ਤਾਈਂ ਵੇਖਣਾ ਕਰੀਏ, ਕਿਉਂਕਿ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ। ਜੀਵਾਂ ਨੇ ਆਪੋ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਆਪੇ ਹੀ ਲੇਖਾ ਸੰਢੀਐ ਭਰਨਾ ਹੈ। ਜਿਹੋ ਜਿਹਾ ਕਿਸੇ ਨੇ ਕੋਈ ਕਰਤੱਵ ਕੀਤਾ ਹੈ, ਜਿਵੇਂ ਇੱਕ ਬ੍ਰਹਮ ਵੇਤਾ ਮਹਾਂਪੁਰਖ ਰਾਗ ਦਵੈਸ਼ ਤੋਂ ਰਹਿਤ 8 ਪਹਿਰਾਂ ਬਾਅਦ ਜਗੋਂ ਜਦੋਂ ਗਜਾ ਕਰ ਲਈ ਗ੍ਰਸਤੀਆਂ ਦੇ ਦੁਆਰੇ ਜਾਂਦਾ ਅਤੇ ਮੁੱਖੋਂ ਇਹ ਬਚਨ ਕਹਿੰਦਾ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਪਾਈ ਮਾਈ ਹਰ ਕੇ ਲੇਖੇ, ਜਿਨ ਕੀਤੀ ਨਹੀਂ ਉਹ ਕਰਕੇ ਵੇਖੇ। ਇਹ ਗੱਲ ਇੱਕ ਮਾਈ ਨੇ ਸੁਣੀ। ਤਰਕ ਬਿਰਤੀ ਵਾਲੀ ਮਾਈ ਬੋਲੀ, ਸਾਧ ਬੜਾ ਲਾਲਚੀ ਹੈ, ਮੰਗਣ ਦੇ ਪੱਜ ਬਣਾ ਕੇ ਕਰ ਭਲਾ ਹੋਵੇ ਭਲਾ ਕਹਿੰਦਾ। ਮੈਂ ਤਾਂ ਦੇਖਦੀ ਹਾਂ ਕਿ ਦੁਨੀਆ ਵਿੱਚ ਭਲਾ ਕਰਨ ਵਾਲੇ ਦੁਖੀ ਅਤੇ ਦੂਸਰਿਆਂ ਨੂੰ ਦੁੱਖ ਦੇਣ ਵਾਲੇ ਸੁਖੀ ਨਜ਼ਰ ਆਉਂਦੇ ਆ। ਇਹੋ ਜਿਹੇ ਸਾਧੜਿਆਂ ਨੇ ਬਹਾਨੇ ਬਣਾ ਕੇ ਰੱਖੇ ਆ। ਕੋਈ ਭਲਾ ਕਰਨ ਤੋਂ ਭਲਾ ਨਹੀਂ ਹੁੰਦਾ, ਬੁਰਾ ਕਰਨ ਤੋਂ ਬੁਰਾ ਨਹੀਂ ਹੁੰਦਾ। ਇਸ ਦੀ ਅਜਮਾਇਸ਼ ਮੈਂ ਇਸ ਸਾਧ ਨੂੰ ਜ਼ਹਿਰ ਦੇ ਕੇ ਹੀ ਕਰਦੀ ਹਾਂ। ਦੇਖਦੀ ਹਾਂ ਕਿ ਮੇਰਾ ਕੀ ਬੁਰਾ ਕਿਵੇਂ ਹੋਵੇਗਾ। ਮਾਈ ਨੇ ਸੰਤਾਂ ਨੂੰ ਕਿਹਾ ਕਿ ਤੁਸੀਂ ਠਹਿਰੋ, ਅੱਜ ਮੈਂ ਤੁਹਾਨੂੰ ਪਰੌਂਠੇ ਪਕਾ ਕੇ ਦਿੰਦੀ ਹਾਂ। ਅਤੇ ਮਾਤਾ ਨੇ 4 ਪਰੌਂਠੇ ਆਟੇ ਵਿੱਚ ਜ਼ਹਿਰ ਮਿਲਾ ਕੇ ਪਕਾ ਦਿੱਤੇ। ਜਦੋਂ ਮਹਾਤਮਾ ਜੀ ਗਜਾ ਲੈ ਕੇ ਨਗਰ ਤੋਂ ਬਾਹਰ ਆਪਣੀ ਕੁਟੀਆ ਵਿੱਚ ਆ ਗਏ, ਰੋਟੀਆਂ ਰੱਖ ਕੇ ਇਸ਼ਨਾਨ ਕੀਤਾ। ਇੰਨੇ ਨੂੰ ਸਮਾਈ ਦੇ 4 ਪੁੱਤਰ ਭੁੱਖ ਦੇ ਨਾਲ ਵਿਆਕੁਲ ਹੋਏ ਸੰਤਾਂ ਦੀ ਕੁਟੀਆ ਵਿੱਚ ਆ ਗਏ ਅਤੇ ਸੰਤਾਂ ਤੋਂ ਕੁਝ ਖਾਣ ਦੀ ਜਾਚਨਾ ਕੀਤੀ ਕਿ ਅੱਜ ਮਾਤਾ ਨੇ ਰੋਟੀ ਲਿਆਉਣ ਵਿੱਚ ਦੇਰ ਕਰ ਦਿੱਤੀ ਹੈ। ਤਾਂ ਮਹਾਤਮਾ ਨੇ ਕਿਹਾ, ਕੋਈ ਬਾਤ ਨਹੀਂ, ਇਹ ਅੰਨ ਤੁਹਾਡੇ ਹੀ ਘਰ ਦਾ ਹੈ। ਮੈਂ ਤੁਹਾਡੇ ਵਾਲੀ ਰੋਟੀ ਖਾ ਲਵਾਂਗਾ, ਤੁਸੀਂ ਮੇਰੇ ਵਾਲੀ ਰੋਟੀ ਖਾ ਲਵੋ। ਚਾਰੇ ਭਰਾਵਾਂ ਨੇ ਇੱਕ ਇੱਕ ਪਰੌਂਠਾ ਮਹਾਤਮਾ ਤੋਂ ਲੈ ਕੇ ਖਾ ਲਿਆ। ਜਦੋਂ ਆਪਣੇ ਖੇਤ ਵਿੱਚ ਕੰਮ ਕਰਨ ਲੱਗ ਪਏ ਤਾਂ ਥੋੜ੍ਹੇ ਸਮੇਂ ਬਾਅਦ ਜ਼ਹਿਰ ਨੇ ਵਿਆਕੁਲ ਕਰ ਦਿੱਤੇ। ਪਿੱਛੋਂ ਮਾਤਾ ਪਹੁੰਚੀ। ਉਸਨੇ ਪੁੱਛਿਆ, ਬੱਚਿਓ ਤੁਹਾਨੂੰ ਕੀ ਹੋਇਆ ਹੈ? ਤਾਂ ਉਹਨਾਂ ਨੇ ਮਹਾਤਮਾ ਤੋਂ ਰੋਟੀ ਲੈ ਕੇ ਖਾਣ ਦੀ ਵਾਰਤਾ ਕਹਿ ਸੁਣਾਈ ਅਤੇ ਕਹਿੰਦੇ ਕਹਿੰਦੇ ਚਾਰੇ ਪੁੱਤਰ ਪ੍ਰਾਣ ਤਿਆਗ ਗਏ। ਅਤੇ ਮਾਈ ਕੁਰਲਾ ਕੇ ਲੋਕਾਂ ਨੂੰ ਦੱਸਿਆ ਕਰੇ, ਕਦੇ ਕੋਈ ਕਿਸੇ ਦਾ ਬੁਰਾ ਨਾ ਕਰੇ, ਕਿਉਂਕਿ ਬੁਰਾ ਕਰਨ ਵਾਲੇ ਦਾ ਬੁਰਾ ਹੀ ਹੁੰਦਾ ਹੈ। ਅਤੇ ਸੰਤਾਂ ਦਾ ਬਚਨ ਕਰ ਭਲਾ ਹੋ ਭਲਾ ਵਾਲਾ ਸੱਚਾ ਹੈ। ਜਾ ਰਹਿਣਾ ਨਾਹੀ ਐਤ ਜਗ, ਤਾ ਕਾਇਤ ਗਰਭ ਹੰਡੀਐ। ਹੇ ਭਾਈ, ਜਦੋਂ ਆਪਾਂ ਐਤ ਇਸ ਜਗ ਦੁਨੀਆ ਵਿੱਚ ਰਹਿਣਾ ਹੀ ਨਹੀਂ ਹੈ ਤਾਂ ਕਾਇਤ ਕਿਸ ਵਾਸਤੇ ਗੁਣਾਂ ਦੇ, ਧਨ ਦੇ ਜਾਂ ਸੋਹਣੇ ਰੂਪ ਦੇ ਗਰਭ ਹੰਕਾਰ ਵਿੱਚ ਤੁਰੇ ਫਿਰੀਏ? ਕਿਉਂਕਿ ਕਬੀਰ ਗਰਬ ਨ ਕੀਜੀਐ, ਉੱਚਾ ਦੇਖ ਆਵਾਸ, ਮਾਜ ਕਾਲ ਪੋਏ ਲੇਟਣਾ, ਉੱਪਰ ਜਾਮੈ ਘਾਸ। ਮੰਦਾ ਕਿਸੈ ਨ ਆਖੀਐ, ਪੜ੍ਹ ਅੱਖਰ ਇਹੋ ਬੁੱਝੀਐ। ਹੇ ਭਾਈ, ਕਦੇ ਵੀ ਕਿਸੇ ਜੀਵ ਦੇ ਤਾਈਂ ਮੰਦਾ ਬੁਰਾ ਵਾਕ ਨਾ ਕਹਿਣਾ ਕਰੀਏ। ਬਾਣੀ ਦੇ ਸਿੱਖਿਆ ਰੂਪ ਅੱਖਰਾਂ ਨੂੰ ਪੜ੍ਹ ਕੇ ਇਹੋ ਗੱਲ ਹੀ ਬੁੱਝੀਐ ਸਮਝਣਾ ਕਰੀਏ। ਵੇਦਾਂ ਸ਼ਾਸਤਰਾਂ ਦੇ ਅੱਖਰਾਂ ਨੂੰ ਪੜ੍ਹ ਕੇ ਇਹੋ ਸਿੱਖਿਆ ਸਮਝਣਾ ਕਰੀਏ ਅਤੇ ਮੂਰਖੈ ਨਾਲ ਨਾ ਲੁੱਝੀਐ। ਮੂਰਖੈ ਕਹੀਏ ਬੇਸਮਝ ਪੁਰਖ ਨਾਲ, ਸਾਥ ਲੁੱਝੀਐ ਝਗੜੀਏ ਨਾ, ਭਾਵ ਬਹਿਸ ਨਾ ਕਰੀਏ ਕਿ ਇਸ ਨੂੰ ਹਰਾ ਦਈਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।